ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਪ੍ਰਭੂ ਦਾ ਧੰਨਵਾਦ ਹੋਵੇ ਅੱਜ ਦੇ ਸੁੰਦਰ ਸਮੇਂ ਦੇ ਲਈ ਜਿਹੜਾ ਉਹਨੇ ਸਾਡੇ ਜੀਵਨ ਦੇ ਵਿੱਚ ਦਿੱਤਾ ਹੈ। ਸੱਚਮੁੱਚ ਮੇਰੇ ਭੈਣੋ ਤੇ ਭਰਾਵੋ, ਅੱਜ ਦਾ ਦਿਨ ਬਹੁਤ ਲੋਕ ਵੇਖ ਨਹੀਂ ਸਕੇ। ਕੋਈ ਐਕਸੀਡੈਂਟ ਦੇ ਦੁਆਰਾ, ਕੋਈ ਨਸ਼ਾ ਦੇ ਦੁਆਰਾ ਇਸ ਦੁਨੀਆ ਤੋਂ ਚਲਿਆ ਗਿਆ ਹੈ। ਸ਼ੈਤਾਨ ਉਹਨਾਂ ਨੂੰ ਲੈ ਗਿਆ ਹੈ ਔਰ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਸੱਚਮੁੱਚ ਉਹਨਾਂ ਨੇ ਅੱਜ ਦਾ ਦਿਨ ਸਾਡੇ ਜੀਵਨ ਦੇ ਵਿੱਚ ਦਿੱਤਾ ਹੈ। ਤੇ ਜਦੋਂ ਅੱਜ ਦਾ ਦਿਨ ਸਾਡੇ ਜੀਵਨ ਦੇ ਵਿੱਚ ਦਿੱਤਾ ਤੇ ਆਓ ਅਸੀਂ ਮਿਲ ਕੇ ਉਹਦੀ ਆਰਾਧਨਾ ਕਰੀਏ। ਸੱਚਮੁੱਚ ਮਹਾਨ ਤੇ ਸਾਮਰਥੀ ਪਰਮੇਸ਼ਵਰ ਹੈ। ਆਓ ਅਸੀਂ ਆਰਾਧਨਾ ਵਿੱਚ ਜਾਵਾਂਗੇ। ਮੈਂ ਚਾਹਾਂਗਾ ਸਭ ਜਣੇ ਮਿਲ ਕੇ ਮੇਰੇ ਨਾਲ ਤੁਸੀਂ ਆਰਾਧਨਾ ਕਰੋ। ਧੰਨਵਾਦ ਕਰੋ ਰੂਹ ਦੇ ਨਾਲ ਭਰੋ, ਉਹਦੀ ਦਇਆ ਸਦਾ ਦੀ ਹੈ। ਧੰਨਵਾਦ ਕਰੋ ਰੂਹ ਦੇ ਨਾਲ ਭਰੋ, ਉਹਦੀ ਦਇਆ ਸਦਾ ਦੀ ਹੈ। ਧੰਨਵਾਦ ਕਰੋ ਰੂਹ ਦੇ ਨਾਲ ਭਰੋ, ਉਹਦੀ ਦਇਆ ਸਦਾ ਦੀ ਹੈ। ਹਾਲੇਲੂਇਆ। ਅੰਬਰਾਂ ਦੇ ਪੰਛੀ ਵੀ ਉਹਦੇ ਆਸਰੇ ਉੱਡਦੇ ਨੇ। ਅੰਬਰਾਂ ਦੇ ਪੰਛੀ ਵੀ ਉਹਦੇ ਆਸਰੇ ਉੱਡਦੇ ਨੇ। ਉਹਦੀ ਕਿਰਪਾ ਉਹ ਸੇਂਦੀ ਅਮਾਨਤ ਹੈ।
ਧੰਨਵਾਦ ਕਰਦੇ ਹਾਂ ਸੱਚੇ ਜਿਉਂਦੇ ਪਰਮੇਸ਼ਵਰ, ਜ਼ਮੀਨ ਆਸਮਾਨ ਦੇ ਮਾਲਿਕ ਪ੍ਰਭੂ ਜੀ। ਸੱਚਮੁੱਚ ਤੁਹਾਡੀ ਦਇਆ, ਤੁਹਾਡੀ ਕਿਰਪਾ ਸਦਾ ਦੀ ਹੈ ਪਿਤਾ ਪਰਮੇਸ਼ਵਰ। ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅੱਜ ਦੇ ਸਮੇਂ ਦੇ ਲਈ ਪ੍ਰਭੂ ਜੀ, ਅੱਜ ਦੀ ਵਰਸ਼ਿਪ ਦੇ ਲਈ ਪ੍ਰਭੂ ਜੀ। जिन्हें भी भैन भाई वेख रहे हैं प्रभु जी, सबको आशीष करो प्रभु जी, सबको आशीष दवो पिता परमेश्वर। हालेलुया, थैंक यू जीसस, हालेलुया, 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 हालेलुया। उन्हां दा बल बड़ा उच्चा है, जिन्हां दे वल है यहोवा। सचमुच मेरे भैन दे भरावो, साडा बल उच्चा है क्योंकि साडा परमेश्वर उच्चा है। हालेलुया, उन्हां दा बल बड़ा उच्चा है, जिन्हां दे वल है यहोवा। उन्हां दा बल बड़ा उच्चा है, जिन्हां दे वल है यहोवा। और तूफान हजारा वो कदे नहीं हिलदे, और तूफान हजारा पावे वो कदे नहीं हिलदे। उन्हां दा बल बड़ा उच्चा है, जिन्हां दे वल है यहोवा। उन्हां दा बल बड़ा उच्चा है, जिन्हां दे वल है यहोवा। उच्चा गोलियत सी, इक्का ज्यादा उद सी। उच्चा गोलियत सी, इक्का ज्यादा उद सी। बारियों दे वल सी यहोवा, ओदे वल सी यहोवा। ओदा बल बन गया, ओदी ढाल बन गया। ओदा बल बन गया, ओदी ढाल बन गया। ऐसा है मेरा यहोवा, ऐसा है बाकी यहोवा। उन्हां दा बल बड़ा उच्चा है, जिन्हां दे वल है यहोवा। उन्हां दा बल बड़ा उच्चा है, जिन्हां दे वल है यहोवा। यूसुफ दी जिंदगी च आए कई तूफान सी। यूसुफ दी जिंदगी च आए कई तूफान सी। पर ओदी जान दा यहोवा निगहबान सी। पर ओदी जान दा यहोवा निगहबान सी। ओने मन्नी ना सी हार, खुदा रे आयो दे नाल। ओने मन्नी ना सी हार, खुदा रे आयो दे नाल। ऐसा है बाकी यहोवा, ऐसा है बाकी यहोवा। उन्हां दा बल बड़ा उच्चा है, जिन्हां दे वल है यहोवा। उन्हां दा बल बड़ा उच्चा है, जिन्हां दे वल है यहोवा। उन्हां दा बल बड़ा उच्चा है, जिन्हां दे वल है यहोवा। जिन्हां दे वल है यहोवा। थैंक यू प्रभु यीशु मसीह, तुहाडा धन्नवाद करदे हां प्रभु। ਅੱਜ ਦੀ ਆਰਾਧਨਾ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ। ਹੁਣ ਤੱਕ ਮਦਦ ਕੀਤੀ, ਸਹਾਇਤਾ ਕੀਤੀ, ਤੁਹਾਡਾ ਧੰਨਵਾਦ ਕਰਦੇ ਹਾਂ। ਅਗਲਾ ਸਮਾਂ ਪ੍ਰਭੂ ਜੀ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਨੇ ਪੁੱਤਰ। ਕਿਰਪਾ ਕਰੋ, ਦਇਆ ਕਰੋ, ਸਭ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਤੁਹਾਡੇ ਮਿੱਠੇ ਔਰ ਪਵਿੱਤਰ ਨਾਮ ਚ ਮੰਗਦੇ ਹਾਂ, ਆਮੀਨ। ਸਾਰੇ ਪਰਮੇਸ਼ਰ ਦੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਮਿੱਠੇ ਨਾਮ ਦੇ ਵਿੱਚ ਜੈ ਮਸੀਹ।
ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਸੁੰਦਰ ਇਤਵਾਰ ਦੇ ਮੌਕੇ ਦੇ ਲਈ, ਜਿਹਦੇ ਵਿੱਚ ਅਸੀਂ ਸਭ ਇਕੱਠੇ ਹੋ ਕੇ ਪਰਮੇਸ਼ਰ ਦੀ ਆਰਾਧਨਾ ਕਰ ਸਕਦੇ ਹਾਂ, ਉਹਦੇ ਸਤੂਤੀ ਗੀਤਾਂ ਨੂੰ ਗਾ ਕੇ, ਭਜਨਾਂ ਨੂੰ ਗਾ ਕੇ, ਗਵਾਈਆਂ ਨੂੰ ਦੇਖ ਕੇ ਔਰ ਖਾਸ ਕਰ ਉਹਦੇ ਵਚਨਾਂ ਦੇ ਵਿੱਚੋਂ ਸੁਣ ਕੇ। ਔਰ ਮੈਂ ਧੰਨਵਾਦ ਦੇਣਾ ਚਾਹੂੰਗਾ ਹੈਬਰੋਨਾਈਟਸ ਬ੍ਰੌਡਕਾਸਟਿੰਗ ਨੈਟਵਰਕ ਇਸ ਚੈਨਲ ਦੀ ਸਹਾਇਤਾ ਦੇ ਲਈ ਵੀ, ਔਰ ਜਿਹੜੇ ਵੀ ਇਹਦੇ ਦੁਆਰਾ ਕੰਮ ਕਰ ਰਹੇ ਨੇ, ਪਰਮੇਸ਼ਰ ਦੇ ਵਚਨ ਨੂੰ ਪਹੁੰਚਾ ਰਹੇ ਨੇ, ਪਰਮੇਸ਼ਰ ਇਹਨਾਂ ਨੂੰ ਹੋਰ ਵੀ ਬਰਕਤ ਔਰ ਆਸ਼ੀਸ਼ ਦੇਵੇ। ਆਈਏ ਅਸੀਂ ਅੱਜ ਦੇ ਵਚਨ ਦੇ ਵੱਲ ਅੱਗੇ ਵਧਾਂਗੇ, ਔਰ ਅੱਜ ਦਾ ਜਿਹੜਾ ਸਾਡਾ ਵਚਨ ਦਾ ਜੋ ਹਿੱਸਾ ਹੋਵੇਗਾ ਉਹ ਹੋਏਗਾ ਮੱਤੀ ਦੀ ਇੰਜੀਲ ਦੇ ਵਿੱਚੋਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਡੇ ਸਾਰਿਆਂ ਕੋਲ ਬਾਈਬਲ ਹੋਏਗੀ। ਜਦੋਂ ਵੀ, ਕਿਉਂਕਿ ਅਸੀਂ ਆਨਲਾਈਨ ਚਾਹੇ ਬੈਠੇ ਚਾਹੇ ਚਰਚ ਦੇ ਵਿੱਚ ਆਈਏ, ਅਸੀਂ ਜ਼ਰੂਰ ਆਪਣੀ ਬਾਈਬਲ ਨੂੰ ਨਾਲ ਲੈ ਕੇ ਆਈਏ, ਕਿਉਂਕਿ ਅਗਰ ਵੇਖਿਆ ਜਾਵੇ ਇੱਕ ਚੰਗਾ ਸਟੂਡੈਂਟ ਦੀ ਪਹਿਚਾਣ ਉਹ ਹੁੰਦੀ ਹੈ ਕਿ ਉਹ ਆਪਣੀਆਂ ਕਿਤਾਬਾਂ ਨੂੰ ਹਮੇਸ਼ਾ ਆਪਣੇ ਨਾਲ ਲੈ ਕੇ ਆਉਂਦਾ ਹੈ। ਇਸੇ ਤਰੀਕੇ ਨਾਲ ਅਗਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਇੱਕ ਸੱਚੇ ਚੇਲੇ ਹਾਂ, ਉਹਦੇ ਮਾਰਗਾਂ ਉੱਤੇ ਚੱਲਣ ਵਾਲੇ ਚੇਲੇ ਹਾਂ, ਤੇ ਅਸੀਂ ਜ਼ਰੂਰ ਪਰਮੇਸ਼ਰ ਦੇ ਵਚਨ ਨੂੰ, ਬਾਈਬਲ ਨੂੰ ਅਸੀਂ ਆਪਣੇ ਨਾਲ ਜ਼ਰੂਰ ਲੈ ਕੇ ਆਈਏ। ਤੇ ਅੱਜ ਦਾ ਜਿਹੜਾ ਸਾਡਾ ਵਚਨ ਦਾ ਹਿੱਸਾ ਹੋਏਗਾ ਉਹ ਹੋਏਗਾ ਮੱਤੀ ਦੀ ਇੰਜੀਲ ਦੇ ਵਿੱਚੋਂ। ਮੱਤੀ ਦੀ ਇੰਜੀਲ ਉਹਦਾ 13ਵਾਂ ਅਧਿਆਇ, ਉਹਦਾ 44 ਤੋਂ 46 ਵਚਨ ਤੱਕ। ਮੈਂ ਫੇਰ ਇੱਕ ਵਾਰੀ ਕਹਿਣਾ ਚਾਹੂੰਗਾ, ਮੱਤੀ ਦੀ ਇੰਜੀਲ ਉਹਦਾ 13ਵਾਂ ਅਧਿਆਇ, ਉਹਦਾ 44 ਤੋਂ 46 ਵਚਨ ਤੱਕ। ਮੈਂ ਤੁਹਾਡੇ ਸਭਨਾਂ ਦੇ ਲਈ ਪੜ੍ਹਨਾ ਚਾਹੂੰਗਾ। ਸੁਰਗ ਦਾ ਰਾਜ ਉਸ ਧਨ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਸੀ, ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਲੁਕਾ ਰੱਖਿਆ, ਅਤੇ ਖੁਸ਼ੀ ਦੇ ਮਾਰੇ ਉਹਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਲ ਲੈ ਲਿਆ। ਫਿਰ ਸੁਰਗ ਦਾ ਰਾਜ ਇੱਕ ਵਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ। ਜਦ ਉਹਨੂੰ ਇੱਕ ਮੋਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹਨੂੰ ਮੁੱਲ ਲੈ ਲਿਆ। ਪਰਮੇਸ਼ਵਰ ਆਪਣੇ ਵਚਨ ਦੇ ਪੜ੍ਹੇ ਜਾਣ ਔਰ ਸੁਣੇ ਜਾਣ ਤੇ ਆਸ਼ੀਸ਼ ਦੇਵੇ। ਇਹ ਜੋ ਅਸੀਂ ਅੱਜ ਹਿੱਸਾ ਪੜ੍ਹਿਆ ਹੈ ਬਾਈਬਲ ਦੇ ਵਿੱਚੋਂ, ਮੱਤੀ ਦੀ ਇੰਜੀਲ 13 ਅਧਿਆਇ ਉਹਦਾ 44 ਤੋਂ 46 ਵਚਨ, ਇਹ ਦੋ ਦ੍ਰਿਸ਼ਟਾਂਤ ਪ੍ਰਭੂ ਯਿਸੂ ਮਸੀਹ, ਦੋ ਦ੍ਰਿਸ਼ਟਾਂਤਾਂ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਨ। ਔਰ ਇਹ ਦ੍ਰਿਸ਼ਟਾਂਤ ਕੀ ਹਨ, ਔਰ ਪ੍ਰਭੂ ਯਿਸੂ ਮਸੀਹ ਕਿਉਂ ਦ੍ਰਿਸ਼ਟਾਂਤਾਂ ਦੇ ਰਾਹੀਂ ਗੱਲਬਾਤ ਕਰ ਰਹੇ ਹਨ? ਇਹ ਜੋ 13ਵਾਂ ਅਧਿਆਇ ਅਸੀਂ ਮੱਤੀ ਦੀ ਇੰਜੀਲ ਦੇ ਵਿੱਚ ਪੜ੍ਹਿਆ ਹੈ, ਇਹ ਦ੍ਰਿਸ਼ਟਾਂਤਾਂ ਦੇ ਨਾਲ ਭਰਿਆ ਹੋਇਆ ਹੈ। ਪ੍ਰਭੂ ਯਿਸੂ ਮਸੀਹ ਲੋਕਾਂ ਦੇ ਨਾਲ ਦ੍ਰਿਸ਼ਟਾਂਤਾਂ ਦੇ ਵਿੱਚ ਗੱਲ ਕਰ ਰਹੇ ਹਨ। ਦ੍ਰਿਸ਼ਟਾਂਤ ਉਹ ਹਨ, ਇੱਕ ਸਧਾਰਨ ਸ਼ਬਦਾਂ ਦੇ ਵਿੱਚ ਅਸੀਂ ਦੇਖੀਏ ਤਾਂ ਦ੍ਰਿਸ਼ਟਾਂਤ ਇੱਕ ਉਦਾਹਰਣ ਦੀ ਤਰ੍ਹਾਂ ਕੰਮ ਕਰਦੇ ਹਨ, ਜੋ ਕਿ ਪ੍ਰਭੂ ਯਿਸੂ ਮਸੀਹ ਉਹਨਾਂ ਦਾ ਇਸਤੇਮਾਲ ਇਸ ਲਈ ਕਰਦੇ ਹੁੰਦੇ ਸੀ ਤਾਂ ਕਿ ਜੋ ਸਵਰਗ ਦੇ ਰਾਜ ਦੀਆਂ ਜਿਹੜੀਆਂ ਗੁੱਝੀਆਂ ਗੱਲਾਂ ਨੇ, ਭੇਤ ਦੀਆਂ ਗੱਲਾਂ ਨੇ, ਉਹਨਾਂ ਨੂੰ ਲੋਕਾਂ ਨੂੰ ਸੌਖੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਲੋਕਾਂ ਨੂੰ ਦੱਸਦੇ ਸੀ ਤਾਂ ਕਿ ਲੋਕੀ ਉਹਨਾਂ ਨੂੰ ਸਮਝ ਸਕਣ। ਇਸ ਲਈ ਪ੍ਰਭੂ ਯਿਸੂ ਮਸੀਹ ਦ੍ਰਿਸ਼ਟਾਂਤਾਂ ਦੇ ਰਾਹੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਸਨ, ਔਰ ਸਵਰਗ ਦੇ ਰਾਜ ਦੀਆਂ ਜਿਹੜੀਆਂ ਭੇਤ ਦੀਆਂ ਗੱਲਾਂ ਉਹ ਆਪਣੇ ਲੋਕਾਂ ਨੂੰ ਦੱਸਦੇ ਸਨ। ਔਰ ਇੱਥੇ ਜੋ ਅੱਜ ਅਸੀਂ ਹਿੱਸਾ ਪੜ੍ਹਿਆ ਹੈ, ਇਹ ਅਸੀਂ 44 ਤੋਂ 46 ਵਚਨ ਤੱਕ, ਇਹ ਅਸੀਂ ਦੋ ਦ੍ਰਿਸ਼ਟਾਂਤਾਂ ਨੂੰ ਪੜ੍ਹਿਆ ਹੈ। ਦੋ ਦ੍ਰਿਸ਼ਟਾਂਤਾਂ ਨੂੰ ਅਸੀਂ ਇਸ ਲਈ ਪੜ੍ਹਿਆ ਹੈ ਤਾਂ ਕਿ ਇਹ ਦੋਨੇ ਦ੍ਰਿਸ਼ਟਾਂਤ ਇੱਕ ਮੈਸੇਜ ਦੇ ਰਹੇ ਹਨ, ਇੱਕ ਸੰਦੇਸ਼ ਦੇ ਰਹੇ ਹਨ। ਅਗਰ ਅਸੀਂ ਮੱਤੀ ਦੀ ਇੰਜੀਲ 13 ਅਧਿਆਏ ਦੇ 31 ਤੋਂ 34 ਵਚਨ ਤੱਕ ਪੜ੍ਹੀਏ ਤਾਂ ਇੱਥੇ ਵੀ ਪ੍ਰਭੂ ਯਿਸੂ ਮਸੀਹ ਦੋ ਦ੍ਰਿਸ਼ਟਾਂਤਾਂ ਦੀ ਗੱਲ ਕਰ ਰਹੇ ਹਨ। ਇੱਕ ਦ੍ਰਿਸ਼ਟਾਂਤ ਰਾਈ ਦੇ ਬੀਜ ਦਾ ਦ੍ਰਿਸ਼ਟਾਂਤ ਔਰ ਖਮੀਰ ਦਾ ਦ੍ਰਿਸ਼ਟਾਂਤ। ਇਹ ਦੋਨੇ ਦ੍ਰਿਸ਼ਟਾਂਤ ਇੱਕ ਮੈਸੇਜ ਦੇ ਰਹੇ ਹਨ, ਇੱਕ ਸੰਦੇਸ਼ ਵੱਲ ਸਾਨੂੰ ਇੰਕਿਤ ਕਰ ਰਹੇ ਹਨ। ਉਸੇ ਤਰੀਕੇ ਨਾਲ ਪ੍ਰਭੂ ਯਿਸੂ ਮਸੀਹ ਨੇ ਵੀ ਇੱਕ ਸੰਦੇਸ਼ ਦੇਣ ਦੇ ਲਈ ਇਹਨਾਂ ਦੋ ਦ੍ਰਿਸ਼ਟਾਂਤਾਂ ਦਾ ਇੱਥੇ 44 ਤੋਂ 46 ਵਚਨ ਤੱਕ ਇਹਨਾਂ ਦਾ ਇਸਤੇਮਾਲ ਕੀਤਾ ਹੈ। ਹਾਲੇਲੂਇਆ। ਆइए ਅਸੀਂ ਅੱਜ ਦੇ ਪੜ੍ਹੇ ਹੋਏ ਹਿੱਸੇ ਵੱਲ ਧਿਆਨ ਦੇਵਾਂਗੇ। ਇੱਕ ਵਾਰੀ ਫੇਰ ਤੋਂ ਅਸੀਂ ਇਸ 44 ਵਚਨ ਨੂੰ ਜ਼ਰੂਰ ਪੜਾਂਗੇ। ਲਿਖਿਆ ਹੋਇਆ ਹੈ ਕਿ ਸਵਰਗ ਦਾ ਰਾਜ ਉਸ ਧਨ ਵਰਗਾ ਹੈ। ਇਹਨਾਂ ਦੋਨਾਂ ਦ੍ਰਿਸ਼ਟਾਂਤਾਂ ਦੇ ਵਿੱਚ ਸਵਰਗ ਦੇ ਰਾਜ ਦੀ ਗੱਲ ਹੋ ਰਹੀ ਹੈ। ਇਹ ਸਵਰਗ ਦਾ ਰਾਜ ਹੁਣ ਕੀ ਹੈ? ਅਸੀਂ ਜਾਣਦੇ ਹਾਂ ਕਿ ਹੁਣ ਸਾਡੇ ਦੇਸ਼ ਦੇ ਵਿੱਚ ਕਿਹਦਾ ਰਾਜ ਚੱਲ ਰਿਹਾ ਹੈ। ਹੁਣ ਸਾਡੇ ਦੇਸ਼ ਦੇ ਵਿੱਚ ਮੋਦੀ ਦਾ ਰਾਜ ਚੱਲ ਰਿਹਾ ਹੈ, ਜਾਂ ਆਪਾਂ ਅਮਰੀਕਾ ਦੇ ਵਿੱਚ ਦੇਖ ਲਈਏ ਕਿ ਜੋ ਬਾਈਡਨ ਦਾ ਰਾਜ ਚੱਲ ਰਿਹਾ ਹੈ, ਜੋ ਅਮਰੀਕਾ ਦੇ ਰਾਸ਼ਟਰਪਤੀ ਹਨ। ਤੇ ਆਪਣੇ ਦੇਸ਼ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਗਵਰਨਮੈਂਟਸ ਨੇ, ਅਲੱਗ-ਅਲੱਗ ਜਿਹੜੀਆਂ ਸਰਕਾਰਾਂ ਨੇ,
ਉਹ ਰਾਜ ਕਰ ਰਹੀਆਂ ਨੇ। ਔਰ ਉਸ ਤੋਂ ਪਹਿਲਾਂ ਅਗਰ ਦੇਖਿਆ ਜਾਵੇ ਤਾਂ ਸਾਡੇ ਦੇਸ਼ ਉੱਤੇ ਕੀ ਆ, ਕਈ ਰਾਜੇ ਮਹਾਰਾਜੇ ਸੀਗੇ, ਉਹ ਸਾਡੇ ਦੇਸ਼ ਉੱਤੇ ਰਾਜ ਕਰਦੇ ਹੁੰਦੇ ਸੀਗੇ। ਔਰ ਇਸੇ ਤਰੀਕੇ ਨਾਲ ਅਸੀਂ ਦੇਖੀਏ ਕਿ ਜੋ ਸਵਰਗ ਦੇ ਰਾਜ ਦੀ ਗੱਲ ਕੀਤੀ ਗਈ ਹੈ, ਪਰਮੇਸ਼ਰ ਦੇ ਪ੍ਰਭੂ ਯੀਸ਼ੂ ਮਸੀਹ ਸਵਰਗ ਦੇ ਰਾਜ ਦੀ ਗੱਲ ਕਰ ਰਹੇ ਹਨ। ਇਹ ਇੱਕ ਐਸਾ ਰਾਜ ਹੈ ਜੋ ਕਿ ਇਸ ਸੰਸਾਰ ਦੇ ਰਾਜਾਂ ਨਾਲੋਂ ਬੜਾ ਹੀ ਵੱਖਰਾ ਹੈ। ਇਹ ਸੰਸਾਰ ਦੇ ਰਾਜ ਦੇ ਵਿੱਚ ਸਾਨੂੰ ਦੁੱਖ ਤਕਲੀਫਾਂ ਹੋ ਸਕਦੇ ਨੇ, ਸਾਨੂੰ ਜਿਹੜੇ ਵੱਡੇ ਵੱਡੇ ਲੀਡਰ ਨੇ ਸਾਨੂੰ ਝੂਠੇ ਵਾਅਦੇ ਕਰਕੇ ਜਾ ਸਕਦੇ ਨੇ, ਲੇਕਿਨ ਜਿਹੜਾ ਸਵਰਗ ਦਾ ਰਾਜ ਹੈ ਉਹ ਬਿਲਕੁਲ ਇੱਕ ਪਰਫੈਕਟ, ਇੱਕ ਪੂਰਾ ਸਿੱਧ ਰਾਜ ਹੈ, ਜਿਹਦੇ ਵਿੱਚ ਨਾ ਹੀ ਕੋਈ ਪਾਪ ਹੋਵੇਗਾ ਔਰ ਹਮੇਸ਼ਾ ਸ਼ਾਂਤੀ ਹੋਵੇਗੀ, ਹਮੇਸ਼ਾ ਸੱਚਾਈ ਹੋਵੇਗੀ। ਔਰ ਉਸ ਰਾਜ ਦਾ ਜੋ ਰਾਜਾ ਹੋਵੇਗਾ ਉਹ ਸਾਡਾ ਪ੍ਰਭੂ ਯੀਸ਼ੂ ਮਸੀਹ ਹੋਵੇਗਾ। ਹਾਲੇਲੂਇਆ। ਔਰ ਇਹ ਜੋ ਸਵਰਗ ਦਾ ਰਾਜ ਹੈ, ਇਹਦੇ ਬਾਰੇ ਹੀ ਪ੍ਰਭੂ ਯੀਸ਼ੂ ਮਸੀਹ ਇਸ ਧਰਤੀ ਤੇ ਇਸੇ ਲਈ ਆਏ ਤਾਂ ਕਿ ਸਵਰਗ ਦੇ ਰਾਜ ਦਾ ਹੀ ਪ੍ਰਚਾਰ ਕੀਤਾ ਜਾਵੇ। ਅਗਰ ਤੁਸੀਂ ਮੱਤੀ ਦੀ ਇੰਜੀਲ ਦੇ ਇਸ ਚੌਥੇ ਅਧਿਆਇ ਦੇ ਵਿੱਚ ਵੇਖੋਗੇ, ਇਸੇ ਇੰਜੀਲ ਦੀ ਚੌਥੇ 4:17 ਵੱਲ ਜੇ ਤੁਸੀਂ ਪੜ੍ਹੋ, ਇੱਥੇ ਲਿਖਿਆ ਹੋਇਆ ਹੈ ਮੱਤੀ ਦੀ ਇੰਜੀਲ 4 ਅਧਿਆਇ ਦਾ 17 ਵਚਨ, ਉਸੇ ਵੇਲੇ ਯੀਸ਼ੂ ਪ੍ਰਚਾਰ ਕਰਨ ਅਤੇ ਕਹਿਣ ਲੱਗਾ, ਭਾਈ ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਹੈ। ਇਸ ਵਚਨ ਉੱਤੇ ਅਸੀਂ ਅਗਰ ਗੌਰ ਕਰੀਏ, ਲਿਖਿਆ ਕਿ ਉਸੇ ਵੇਲੇ ਯੀਸ਼ੂ ਪ੍ਰਚਾਰ ਕਰਨ ਲੱਗਾ। ਕਿਹੜੇ ਵੇਲੇ ਯੀਸ਼ੂ ਮਸੀਹ ਪ੍ਰਚਾਰ ਕਰਨ ਲੱਗਾ? ਜਦੋਂ ਪ੍ਰਭੂ ਯੀਸ਼ੂ ਮਸੀਹ ਦਾ ਬਪਤਿਸਮਾ ਹੋ ਗਿਆ ਔਰ ਪ੍ਰਭੂ ਯੀਸ਼ੂ ਮਸੀਹ ਨੇ 40 ਦਿਨ ਦੇ ਉਪਵਾਸ ਰੱਖੇ, ਉਸ ਤੋਂ ਬਾਅਦ ਪ੍ਰਭੂ ਯੀਸ਼ੂ ਮਸੀਹ ਦਾ ਪਰਤਾਇਆ ਜਾਣਾ ਵੀ ਹੋ ਗਿਆ ਔਰ ਫਿਰ ਪ੍ਰਭੂ ਯੀਸ਼ੂ ਮਸੀਹ ਨੇ ਯੋਹੰਨਾ ਬਪਤਿਸਮਾ ਦੇਣ ਵਾਲੇ ਦੇ ਫੜਵਾਏ ਜਾਣ ਬਾਰੇ ਸੁਣਿਆ। ਔਰ ਇਹ ਜਦੋਂ ਘਟਨਾਵਾਂ ਹੋਈਆਂ, ਇਹਨਾਂ ਘਟਨਾਵਾਂ ਤੋਂ ਬਾਅਦ ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਆਪਣੀ ਸੇਵਕਾਈ ਨੂੰ ਸ਼ੁਰੂ ਕੀਤਾ, ਉਸੇ ਸੇਵਕਾਈ ਤੋਂ ਹੀ, ਉਸੇ ਵੇਲੇ ਤੋਂ ਪ੍ਰਭੂ ਯੀਸ਼ੂ ਮਸੀਹ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ? ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਅਤੇ ਪ੍ਰਚਾਰ ਕੀ ਸੀ? ਪ੍ਰਭੂ ਯੀਸ਼ੂ ਮਸੀਹ ਦੇ ਪ੍ਰਚਾਰ ਦਾ ਜਿਹੜਾ ਮੁੱਖ ਟੌਪਿਕ ਸੀ ਉਹ ਕੀ ਸੀ? ਯੀਸ਼ੂ ਮਸੀਹ ਕਹਿਣ ਲੱਗਾ, ਭਾਈ ਤੌਬਾ ਕਰੋ। ਤੌਬਾ ਕਰੋ ਯੀਸ਼ੂ ਮਸੀਹ ਕਹਿ ਰਹੇ ਨੇ। ਹੁਣ ਕਿਉਂ ਤੌਬਾ ਕਰੋ? ਤੌਬਾ ਇਸ ਲਈ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ। ਹਾਲੇਲੂਇਆ। ਸੋ ਪ੍ਰਭੂ ਯੀਸ਼ੂ ਮਸੀਹ ਇਸ ਧਰਤੀ ਤੇ ਇਸੇ ਲਈ ਆਏ ਤਾਂ ਕਿ ਸਾਨੂੰ ਇਹ ਜਿਹੜੇ ਧਰਤੀ ਦੇ ਰਾਜ ਹਨ, ਇਹ ਜਿਹੜੇ ਟੈਂਪਰੇਰੀ ਹਨ, ਇਹ ਪਰਮਾਨੈਂਟ ਰਾਜ ਨਹੀਂ ਹੈ। ਇਹ ਜਿਹੜਾ ਟੈਂਪਰੇਰੀ ਹੈ, ਇੱਥੇ ਸਾਨੂੰ ਦੁੱਖ ਦਰਦ ਕਲੇਸ਼ ਹੋ ਸਕਦੇ ਹਨ। ਇਹਨਾਂ ਦੁੱਖਾਂ ਤਕਲੀਫਾਂ ਤੋਂ ਸਾਨੂੰ ਆਜ਼ਾਦ ਕਰਨ ਦੇ ਲਈ ਪ੍ਰਭੂ ਯੀਸ਼ੂ ਮਸੀਹ ਚਾਹੁੰਦਾ ਹੈ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਪਿੱਛੇ ਚੱਲ ਸਕੀਏ ਔਰ ਉਹ ਜਿਹੜਾ ਅਨੰਤ ਰਾਜ ਹੈ, ਉਹ ਅਨੰਤ ਰਾਜ ਦੇ ਅਸੀਂ ਭਾਗੀ ਬਣ ਸਕੀਏ। ਇਸੇ ਲਈ ਪ੍ਰਭੂ ਯੀਸ਼ੂ ਮਸੀਹ ਅੱਜ ਜੋ ਅਸੀਂ ਹਿੱਸਾ ਪੜ੍ਹਿਆ ਹੈ, ਉਹਦੇ ਵਿੱਚ ਵੀ ਪ੍ਰਭੂ ਯੀਸ਼ੂ ਮਸੀਹ ਦ੍ਰਿਸ਼ਟਾਂਤਾਂ ਦੇ ਰਾਹੀਂ ਬੜੇ ਸੌਖੇ ਸ਼ਬਦਾਂ ਨਾਲ ਸਮਝਾ ਰਹੇ ਨੇ ਕਿ ਸਵਰਗ ਦੇ ਰਾਜ ਦੀਆਂ ਜੋ ਗੁੱਝੀਆਂ ਗੱਲਾਂ ਨੇ, ਉਹਨਾਂ ਨੂੰ ਪ੍ਰਭੂ ਯੀਸ਼ੂ ਮਸੀਹ ਸਮਝਾ ਰਹੇ ਹਨ। ਹੁਣ ਆਈਏ ਅਸੀਂ ਜਾਣਾਂਗੇ ਕਿ ਇਹ ਜੋ ਸਵਰਗ ਦੇ ਰਾਜ ਦੇ ਬਾਰੇ ਇਹ ਦੋ ਦ੍ਰਿਸ਼ਟਾਂਤਾਂ ਦੇ ਨਾਲ ਜੋ ਪ੍ਰਭੂ ਯੀਸ਼ੂ ਮਸੀਹ ਗੱਲਬਾਤ ਕਰ ਰਹੇ ਹਨ, ਇਹ ਦ੍ਰਿਸ਼ਟਾਂਤਾਂ ਦਾ ਮਤਲਬ ਕੀ ਹੈ। ਇੱਥੇ ਸਵਰਗ ਦੇ ਰਾਜ ਦੀ ਤੁਲਨਾ ਕੀਤੀ ਗਈ ਹੈ, ਜਿਸ ਤਰੀਕੇ ਨਾਲ 44 ਵਚਨ ਦੇ ਵਿੱਚ ਲਿਖਿਆ ਗਿਆ ਕਿ ਸਵਰਗ ਦਾ ਰਾਜ ਉਸ ਧਨ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਸੀ। ਔਰ ਆਇਤ 45 ਦੇ ਵਿੱਚ ਲਿਖਿਆ ਹੋਇਆ ਕਿ ਫਿਰ ਸਵਰਗ ਦਾ ਰਾਜ ਇੱਕ ਵਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ। ਹੁਣ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਸਵਰਗ ਦੇ ਰਾਜ ਦੀ ਜੋ ਤੁਲਨਾ ਹੈ ਉਹ ਕਿਸੇ ਚੀਜ਼ ਨਾਲ ਕੀਤੀ ਗਈ ਹੈ। ਉਹ ਚੀਜ਼ਾਂ ਕੀ ਹਨ ਜੋ ਅਸੀਂ 44 ਵਚਨ ਦੇ ਵਿੱਚ ਪੜ੍ਹਿਆ ਕਿ ਸਵਰਗ ਦੇ ਰਾਜ, ਪੰਜਾਬੀ ਦੀ ਬਾਈਬਲ 'ਚ ਲਿਖਿਆ ਕਿ ਸਵਰਗ ਦਾ ਰਾਜ ਧਨ ਵਰਗਾ ਹੈ। ਅਗਰ ਅਸੀਂ ਅੰਗਰੇਜ਼ੀ ਦੀ ਬਾਈਬਲ ਦੇ ਵਿੱਚ ਪੜ੍ਹੀਏ ਤਾਂ ਉੱਥੇ ਸਾਨੂੰ ਮਿਲਦਾ ਹੈ ਕਿ ਸਵਰਗ ਦਾ ਰਾਜ ਇੱਕ ਖਜ਼ਾਨੇ ਦੀ ਤਰ੍ਹਾਂ ਹੈ। ਅਸੀਂ ਜਾਣਦੇ ਹਾਂ ਕਿ ਜੋ ਖਜ਼ਾਨਾ ਹੁੰਦਾ ਹੈ ਉਹ ਕੋਈ ਮਾਮੂਲੀ ਉਹਦੀ ਵੈਲਿਊ ਨਹੀਂ ਹੁੰਦੀ, ਉਹ ਬਹੁਤ ਹੀ ਭਾਰੀ ਮੁੱਲ ਦਾ ਹੁੰਦਾ ਹੈ। ਔਰ ਅਸੀਂ ਜੋ 45 ਵਚਨ ਦੇ ਵਿੱਚ ਪੜ੍ਹਿਆ, ਉੱਥੇ ਪ੍ਰਭੂ ਯੀਸ਼ੂ ਮਸੀਹ ਦੂਸਰੇ ਦ੍ਰਿਸ਼ਟਾਂਤ ਦੇ ਵਿੱਚ ਚੰਗੇ ਮੋਤੀਆਂ ਦੇ ਨਾਲ, ਇੱਕ ਐਸੇ ਮੋਤੀ ਜਿਹੜੇ ਬੜੇ ਅਨਮੋਲ ਮੋਤੀ ਨੇ, ਜਿਹੜੇ ਮੋਤੀ ਬੜੇ ਹੀ ਭਾਰੇ ਮੁੱਲ ਦੇ ਨੇ, ਉਹਨਾਂ ਮੋਤੀਆਂ ਦੇ ਨਾਲ ਔਰ 44 ਵਚਨ ਦੇ ਵਿੱਚ ਉਸ ਅਨਮੋਲ ਖਜ਼ਾਨੇ ਦੇ ਨਾਲ ਪ੍ਰਭੂ ਯੀਸ਼ੂ ਮਸੀਹ ਇਸ ਸਵਰਗ ਦੇ ਰਾਜ ਦੀ ਤੁਲਨਾ ਕਰਦਾ ਹੈ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਸਵਰਗ ਦਾ ਰਾਜ ਹੈ ਉਹ ਕੋਈ ਮਾਮੂਲੀ ਨਹੀਂ ਹੈ। ਜੋ ਸਵਰਗ ਦਾ ਰਾਜ ਹੈ ਉਹਦੀ ਜੋ ਕੀਮਤ ਹੈ ਉਹ ਸਾਡੀ ਸੋਚ ਤੋਂ ਵੀ ਕਿਤੇ ਵੱਧ ਕੇ ਹੈ। ਹਾਲੇਲੂਇਆ। ਹੁਣ ਅਸੀਂ ਇੱਥੇ ਦੋ ਵਿਅਕਤੀਆਂ ਦੇ ਬਾਰੇ ਪੜ੍ਹਦੇ ਹਾਂ। 44 ਵਚਨ ਦੇ ਵਿੱਚ ਜੋ ਅਸੀਂ ਪੜ੍ਹਿਆ ਹੈ
ਕਿ ਇੱਕ ਮਨੁੱਖ ਦੀ ਗੱਲ ਕੀਤੀ ਗਈ ਹੈ ਜਿਹਨੂੰ ਇਹ ਜਿਹੜਾ ਅਨਮੋਲ ਖਜ਼ਾਨਾ ਸੀ ਇੱਕ ਮਨੁੱਖ ਨੂੰ ਲੱਭ ਗਿਆ। ਔਰ ਜਿਹੜਾ ਦੂਸਰਾ ਦ੍ਰਿਸ਼ਟਾਂਤ ਹੈ ਉਹਦੇ ਵਿੱਚ ਇੱਕ ਵਪਾਰੀ ਦੀ ਗੱਲ ਕੀਤੀ ਗਈ ਹੈ। ਇਹ ਵਪਾਰੀ ਇਹ ਖੁਦ ਲੱਭਦਾ ਫਿਰਦਾ ਸੀ ਕਿ ਮੈਨੂੰ ਕੋਈ ਚੰਗੇ ਮੋਤੀ ਲੱਭ ਜਾਣ। ਪਹਿਲੇ ਦ੍ਰਿਸ਼ਟਾਂਤ ਦੇ ਵਿੱਚ ਉਹ ਜਿਹੜਾ ਖੇਤ ਦੇ ਵਿੱਚ ਜਿਹੜਾ ਖਜ਼ਾਨਾ ਲੁਕਿਆ ਹੋਇਆ ਸੀ ਉਹਨੂੰ ਉਹ ਲੱਭ ਪਿਆ, ਔਰ ਜਿਹੜਾ ਅਗਲੇ ਦ੍ਰਿਸ਼ਟਾਂਤ ਦੇ ਵਿੱਚ ਉਹ ਖੁਦ ਲੱਭਦਾ ਫਿਰਦਾ ਸੀ। ਉਹਦੀ ਖੁਦ ਦੀ ਇੱਛਾ ਸੀ ਕਿ ਮੈਂ ਉਹ ਅਨਮੋਲ ਜਿਹੜੇ ਮੋਤੀ ਹੈਗੇ ਨੇ, ਉਹ ਭਾਰੇ ਮੁੱਲ ਦੇ ਜਿਹੜੇ ਮੋਤੀ ਨੇ ਉਹਨਾਂ ਨੂੰ ਮੈਂ ਲੱਭਣਾ ਹੈ। ਔਰ ਅੱਜ ਵੀ ਅਸੀਂ ਅਗਰ ਸੰਸਾਰ ਦੇ ਵਿੱਚ ਦੇਖੀਏ ਤਾਂ ਇਹ ਦੋ ਪ੍ਰਕਾਰ ਦੇ ਜਿਹੜੇ ਲੋਕ ਨੇ ਅਸੀਂ ਸੰਸਾਰ ਦੇ ਵਿੱਚ ਇਹਨਾਂ ਨੂੰ ਦੇਖ ਸਕਦੇ ਹਾਂ। ਇਹ ਸਾਰੇ ਜਿਹੜੇ ਲੋਕ ਨੇ ਆਪਣੇ ਦਿਨਚਰਿਆ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਕਰਦੇ ਰਹਿੰਦੇ ਨੇ, ਉਹ ਜਿਹੜੇ ਧਰਮ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਕਰਦੇ ਰਹਿੰਦੇ ਨੇ, ਆਪਣੇ ਕਾਰੋਬਾਰਾਂ ਦੇ ਵਿੱਚ ਲੱਗੇ ਰਹਿੰਦੇ ਨੇ, ਆਪਣੇ ਪਰਿਵਾਰਾਂ ਨੂੰ ਪਾਲਣ ਪੋਸ਼ਣ ਦੇ ਵਿੱਚ ਹਰੇਕ ਲੱਗੇ ਰਹਿੰਦੇ ਨੇ। ਲੇਕਿਨ ਕਈ ਵਾਰ ਕੀ ਹੁੰਦਾ ਵਾ, ਕਈ ਇਨਸਾਨ ਜਿਹੜੇ ਦੁਖੀ ਹੁੰਦੇ ਨੇ, ਪਰੇਸ਼ਾਨ ਹੁੰਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚ ਕਈ ਪ੍ਰਕਾਰ ਦੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ। ਇੱਕ ਟਾਈਮ ਐਸਾ ਹੁੰਦਾ ਕਿ ਉਹਨਾਂ ਨੂੰ ਪ੍ਰਭੂ ਯੀਸ਼ੂ ਮਸੀਹ ਦਾ ਪਤਾ ਲੱਗਦਾ ਹੈ ਔਰ ਉਹ ਦੇਖਦੇ ਨੇ ਕਿ ਇਹ ਜਿਹੜਾ ਸਵਰਗ ਦਾ ਰਾਜ ਹੈ ਜਾਂ ਪ੍ਰਭੂ ਯੀਸ਼ੂ ਮਸੀਹ ਹੈ, ਇਹਦੀ ਕੀਮਤ ਕਿਤੇ ਹੀ ਜ਼ਿਆਦਾ ਹੈ। ਉਹਨਾਂ ਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਜਿਹੜੇ ਰਾਹ ਤੇ ਅਸੀਂ ਪਹਿਲਾਂ ਚੱਲਦੇ ਸੀ ਉਹ ਰਾਹ ਇੱਕ ਸਹੀ ਨਹੀਂ ਹੈ, ਲੇਕਿਨ ਹੁਣ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਜਾਣ ਲਿਆ ਹੈ, ਉਹਦੇ ਰਾਜ ਬਾਰੇ ਜਾਣ ਲਿਆ ਹੈ, ਔਰ ਉਹਨਾਂ ਨੂੰ ਪਤਾ ਲੱਗਦਾ ਹੈ ਸਵਰਗ ਦੇ ਰਾਜ ਦਾ ਜਦੋਂ ਵੈਲਿਊ ਉਹਨਾਂ ਨੂੰ ਪਤਾ ਲੱਗਦੀ ਹੈ, ਮੁੱਲ ਪਤਾ ਲੱਗਦਾ ਹੈ, ਤਾਂ ਉਹ ਪ੍ਰਭੂ ਯੀਸ਼ੂ ਮਸੀਹ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੰਦੇ ਹਨ। ਔਰ ਦੂਸਰੇ ਪ੍ਰਕਾਰ ਦੇ ਲੋਕ ਵੀ ਅਸੀਂ ਸੰਸਾਰ ਦੇ ਵਿੱਚ ਪਾ ਸਕਦੇ ਹਾਂ ਜਿਹੜੇ ਖੁਦ ਇੱਕ ਸੱਚਾਈ ਦੀ ਤਲਾਸ਼ ਵਿੱਚ ਹੁੰਦੇ ਹਨ। ਜਦ ਤੱਕ ਉਹ ਸੱਚਾਈ ਨੂੰ ਲੱਭ ਨਾ ਲੈਣ ਤਦ ਤੱਕ ਉਹਨਾਂ ਦਾ ਇਹੀ ਕੰਮ ਰਹਿੰਦਾ ਹੈ ਕਿ ਉਹ ਹਮੇਸ਼ਾ ਖੋਜ ਦੇ ਵਿੱਚ ਲੱਗੇ ਹੀ ਰਹਿਣ। ਲੇਕਿਨ ਅਸੀਂ ਅੱਜ ਸੰਸਾਰ ਦੇ ਵਿੱਚ ਇੱਕ ਪ੍ਰਕਾਰ ਦੇ ਲੋਕ, ਖਾਸ ਕਰ ਸਾਡੇ ਏਰੀਆ ਦੇ ਵਿੱਚ ਅਗਰ ਅਸੀਂ ਦੇਖੀਏ ਤੇ ਦੂਸਰੇ ਪ੍ਰਕਾਰ ਦੇ ਵਿਅਕਤੀ ਨੂੰ ਅਸੀਂ ਜ਼ਿਆਦਾਤਰ ਨਹੀਂ ਲੱਭ ਪਾਉਂਦੇ, ਲੇਕਿਨ ਇੱਕ ਪ੍ਰਕਾਰ ਦੇ ਅਸੀਂ ਜੋ ਪਹਿਲੇ ਪ੍ਰਕਾਰ ਦਾ ਵਿਅਕਤੀ ਹੈ ਉਹਨੂੰ ਅਸੀਂ ਹਮੇਸ਼ਾ ਵੇਖ ਪਾਉਂਦੇ ਹਾਂ, ਜਿਨ੍ਹਾਂ ਨੂੰ ਸੱਚਾਈ ਦਾ ਆਪਣੇ ਆਪ ਪਤਾ ਲੱਗ ਜਾਂਦਾ ਹੈ। ਲੇਕਿਨ ਜੋ ਦੂਸਰਾ ਵਿਅਕਤੀ ਹੈ, ਕਿਉਂਕਿ ਅੱਜ ਸਾਡੀ ਆਦਤ ਨਹੀਂ ਬਣੀ ਹੋਈ ਕਿ ਅਸੀਂ ਖੁਦ ਸੱਚਾਈ ਨੂੰ ਲੱਭੀਏ, ਅਸੀਂ ਖੁਦ ਆਪਣੇ ਦਿਮਾਗ ਨੂੰ ਲਾਈਏ ਔਰ ਦੇਖੀਏ ਕਿ ਇਸ ਸੰਸਾਰ ਦੇ ਵਿੱਚ ਜਾਂ ਇਸ ਜੋ ਸਾਡੇ ਜੀਵਨ ਦਾ ਜੋ ਪਰਪਸ ਹੈ, ਜੋ ਉਦੇਸ਼ ਹੈ, ਉਹ ਕੀ ਹੈ, ਅਸੀਂ ਇਸ ਨੂੰ ਨਹੀਂ ਜਾਣਦੇ। ਔਰ ਜੋ ਸੱਚਾ ਪਰਮੇਸ਼ਵਰ ਹੈ, ਸੱਚਾ ਈਸ਼ਵਰ ਹੈ, ਅਸੀਂ ਉਹਨੂੰ ਨਹੀਂ ਲੱਭਦੇ। ਔਰ ਇਹ ਜੋ ਪੂਰਾ ਦੁਨੀਆ ਦਾ ਜੋ ਮਾਈਂਡ ਸੈਟ ਹੈ ਉਹ ਇਸ ਤਰੀਕੇ ਨਾਲ ਬਣਿਆ ਹੋਇਆ ਹੈ। ਹੁਣ ਅਸੀਂ ਦੇਖੀਏ ਕਿ ਇੱਥੇ ਇਹ ਜਿਹੜੇ ਦੋਨੇ ਵਿਅਕਤੀ ਨੇ, ਇਹਨਾਂ ਦੀ ਜੋ ਪ੍ਰਤੀਕਿਰਿਆ ਸੀ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਸਵਰਗ ਦਾ ਰਾਜ ਹੈ ਇਹਦੀ ਕੀਮਤ ਬਹੁਤ ਜ਼ਿਆਦਾ ਹੈ, ਤੇ ਉਹਨਾਂ ਨੇ ਕੀ ਪ੍ਰਤੀਕਿਰਿਆ ਕੀਤੀ ਜਾਂ ਉਹ ਸਵਰਗ ਦੇ ਰਾਜ ਦੀ ਜਿਹੜੀ ਵੈਲਿਊ ਉਹਨੂੰ ਜਾਣ ਕੇ ਉਹਨਾਂ ਦਾ ਜਿਹੜਾ ਕਦਮ ਸੀ ਉਹ ਕੀ ਸੀ, ਉਹਨਾਂ ਨੇ ਕੀ ਕੀਤਾ। ਉਹਨਾਂ ਨੇ ਇਸ ਪ੍ਰਕਾਰ ਕੀਤਾ ਕਿ ਵਚਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਸ ਮਨੁੱਖ ਨੇ ਕੀ ਕੀਤਾ, ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਲੁਕਾ ਰੱਖਿਆ ਅਤੇ ਖੁਸ਼ੀ ਦੇ ਮਾਰੇ ਉਹਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਲ ਲੈ ਲਿਆ। ਇਹ ਵਿਅਕਤੀ ਇੰਨਾ ਜ਼ਿਆਦਾ ਖੁਸ਼ੀ ਨਾਲ ਭਰ ਗਿਆ ਕਿ ਉਹਨੇ ਉਹ ਜਿਹੜਾ ਧਨ ਸੀ ਉਹਨੂੰ ਫੇਰ ਖੇਤ ਦੇ ਵਿੱਚ ਲੁਕਾ ਰੱਖਿਆ, ਤੇ ਉਹਨੇ ਕੀ ਕੀਤਾ, ਆਪਣਾ ਜੋ ਵੀ ਉਹਦੇ ਕੋਲ ਸੀ ਸਭ ਕੁਝ ਉਹਨੇ ਵੇਚ ਕੇ ਉਹ ਖੇਤ ਨੂੰ ਮੁੱਲ ਲੈ ਲਿਆ ਤਾਂ ਕਿ ਉਹ ਸਵਰਗ ਦੇ ਰਾਜ ਨੂੰ ਉਹ ਪਾ ਸਕੇ, ਉਹ ਜਿਹੜਾ ਅਨਮੋਲ ਖਜ਼ਾਨਾ ਹੈ ਉਹਨੂੰ ਉਹ ਪਾ ਸਕੇ। ਤੇ ਦੂਸਰੇ ਵਿਅਕਤੀ ਬਾਰੇ ਹੁਣ ਅਸੀਂ ਪੜਾਂਗੇ। ਇਹਨੇ ਕੀ ਕੀਤਾ, ਇਹ ਜਿਹੜਾ ਵਪਾਰੀ ਸੀ, ਇਹਨੇ ਕੀ ਕੀਤਾ, ਜਦ ਉਹਨੂੰ ਇੱਕ ਮੋਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹਨੂੰ ਮੁੱਲ ਲੈ ਲਿਆ। ਅਸੀਂ ਇੱਥੇ ਦੇਖੀਏ ਕਿ ਇੱਥੇ ਦੋਵਾਂ ਦੀ ਇੱਕੋ ਕਿਰਿਆ ਹੈ, ਇੱਕੋ ਪ੍ਰਤੀਕਿਰਿਆ ਹੈ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਵਰਗ ਦੇ ਰਾਜ ਦੀ ਜੋ ਵੈਲਿਊ ਹੈ, ਉਹਨਾਂ ਨੇ ਕੀ ਕੀਤਾ, ਇੱਕੋ ਹੀ ਕੰਮ ਕੀਤਾ ਕਿ ਉਹ ਖੁਸ਼ੀ ਨਾ ਭਰੇ, ਔਰ ਉਹਨਾਂ ਨੇ ਕੀ ਕੀਤਾ ਕਿ ਆਪਣਾ ਜੋ ਵੀ ਹੈ ਸਭ ਕੁਝ ਵੇਚ ਦਿੱਤਾ। ਹੁਣ ਅਸੀਂ ਸੋਚਾਂਗੇ ਕਿ ਸਭ ਕੁਝ ਵੇਚਣ ਦੀ ਕੀ ਲੋੜ ਸੀ। ਉਹਨਾਂ ਨੇ ਸਭ ਕੁਝ ਆਪਣਾ ਇਸੇ ਲਈ ਵੇਚ ਦਿੱਤਾ ਕਿਉਂਕਿ ਉਹਨਾਂ ਨੂੰ ਇਹ ਚੀਜ਼ ਦਾ ਗਿਆਨ ਹੋ ਗਿਆ ਕਿ ਜਿਹੜੀ ਚੀਜ਼ ਨੂੰ ਅਸੀਂ ਲੱਭ ਲਿਆ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਜੋ ਵੀ ਸਾਡੇ ਕੋਲ ਇਸ ਦੁਨੀਆ ਦੇ ਵਿੱਚ ਹਨ ਕਿਤੇ ਵੱਧ ਕੇ ਅਨਮੋਲ ਹੈ।
ਇਸ ਕਰਕੇ ਉਹਨਾਂ ਅੰਦਰ ਇਹ ਸਾਹਸ ਆ ਗਿਆ, ਉਹ ਆਪਣੇ ਆਪ ਨੂੰ ਰੋਕ ਨਹੀਂ ਪਾਏ ਤਾਂ ਕਿ ਉਹ ਆਪਣੀਆਂ ਚੀਜ਼ਾਂ ਨੂੰ ਵੇਚ ਕੇ ਉਸ ਅਨਮੋਲ ਖਜ਼ਾਨੇ ਨੂੰ ਪ੍ਰਾਪਤ ਕਰ ਸਕਣ। ਅਸੀਂ ਜ਼ਰੂਰ ਉਸ ਬਾਈਬਲ ਦੇ ਵਿੱਚ ਉਸ ਇਸਤਰੀ ਬਾਰੇ ਪੜ੍ਹਿਆ ਹੋਵੇਗਾ ਕਿ ਜਦੋਂ ਪ੍ਰਭੂ ਯਿਸੂ ਮਸੀਹ ਭੋਜ ਦੇ ਲਈ ਖਾਣੇ ਦੇ ਲਈ ਬੈਠੇ ਹੋਏ ਸਨ ਔਰ ਇੱਕ ਇਸਤਰੀ ਆਈ ਜਿਨਨੇ ਇਤਰ ਦੀ ਸ਼ੀਸ਼ੀ ਤੋੜ ਦਿੱਤੀ। ਇਤਰ ਦੀ ਸ਼ੀਸ਼ੀ ਤੋੜ ਕੇ, ਜੋ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਇਤਰ ਨੂੰ ਕਹਿ ਸਕਦੇ ਹਾਂ ਇੱਕ ਪਰਫਿਊਮ ਟਾਈਪ ਜਾਂ ਸੈਂਟ ਟਾਈਪ ਕਹਿ ਸਕਦੇ ਹਾਂ, ਉਹਨੇ ਪ੍ਰਭੂ ਯਿਸੂ ਮਸੀਹ ਦੇ ਆਦਰ ਦੇ ਲਈ ਉਹਨੇ ਕੀ ਕੀਤਾ, ਉਹ ਜਿਹੜੀ ਇਤਰ ਦੀ ਸ਼ੀਸ਼ੀ ਸੀ ਤੋੜ ਦਿੱਤੀ। ਔਰ ਜੋ ਉਹ ਸੈਂਟ ਹੁੰਦਾ ਸੀ, ਉਹ ਪਰਫਿਊਮ ਹੁੰਦਾ ਸੀ, ਉਹ ਕੋਈ ਮਾਮੂਲੀ ਪਰਫਿਊਮ ਨਹੀਂ ਸੀ। ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਉਹ ਜਿਹੜਾ ਇਤਰ ਸੀ ਉਹਦੀ ਜੋ ਕੀਮਤ ਸੀ ਉਹ 300 ਦਿਨਾਰ ਦੀ ਸੀ। 300 ਦਿਨਾਰ, ਅਸੀਂ ਸੋਚਾਂਗੇ 300 ਦਿਨਾਰ ਕੀ ਹੁੰਦੇ ਨੇ। ਉਸ ਸਮੇਂ ਦੇ ਵਿੱਚ ਅਗਰ ਇੱਕ ਇਨਸਾਨ ਕੋਈ ਦਿਹਾੜੀ ਕਰਦਾ ਸੀ, ਉਹ ਦਿਹਾੜੀ ਉਹਨੂੰ ਇੱਕ ਦਿਨ ਦੀ ਮਿਲਦੀ ਹੁੰਦੀ ਸੀ 1 ਦਿਨਾਰ। ਔਰ ਅਗਰ ਇੱਕ ਇਨਸਾਨ ਨੂੰ ਉਹ ਇਤਰ ਲੈਣਾ ਹੋਵੇ ਤਾਂ ਉਹਨੂੰ 300 ਦਿਨ ਕੰਮ ਕਰਨਾ ਪਵੇਗਾ, ਲਗਭਗ 1 ਸਾਲ ਉਹਨੂੰ ਕੰਮ ਕਰਨਾ ਪਵੇਗਾ ਤਾਂ ਕਿ ਉਹ ਉਸ ਇਤਰ ਨੂੰ ਖਰੀਦ ਸਕੇ। ਇੰਨੇ ਭਾਰੇ ਮੁੱਲ ਦਾ ਜਿਹੜਾ ਇਤਰ ਸੀ ਉਸ ਇਸਤਰੀ ਕੋਲ ਸੀ। ਔਰ ਉਹ ਇਸਤਰੀ ਨੇ ਕੀ ਕੀਤਾ, ਪ੍ਰਭੂ ਯਿਸੂ ਮਸੀਹ ਦੇ ਆਦਰ ਦੇ ਲਈ, ਉਹਨਾਂ ਦੀ ਰਿਸਪੈਕਟ ਦੇ ਲਈ ਉਸ ਇਤਰ ਨੂੰ ਕੁਝ ਵੀ ਨਹੀਂ ਜਾਣਿਆ, ਉਹਨੂੰ ਤੋੜ ਦਿੱਤਾ ਤਾਂ ਕਿ ਪ੍ਰਭੂ ਯਿਸੂ ਮਸੀਹ ਦਾ ਆਦਰ ਕੀਤਾ ਜਾ ਸਕੇ। ਉਸ ਇਸਤਰੀ ਨੇ ਜਾਣ ਲਿਆ ਕਿ ਜੋ ਉਹਦੇ ਸਾਹਮਣੇ ਹੈ, ਜੋ ਪ੍ਰਭੂ ਯਿਸੂ ਮਸੀਹ ਉਹਦੇ ਸਾਹਮਣੇ ਹੈ, ਉਹ ਇਸ ਇਸਤਰੀ ਨਾਲੋਂ ਕਿਤੇ ਭਾਰੇ ਮੁੱਲ ਦਾ ਹੈ। ਉਹਨੂੰ ਉਹ 300 ਦਿਨਾਰ ਦਾ ਇੰਨਾ ਮਹਿੰਗਾ ਜੋ ਇਤਰ ਹੈ ਉਹ ਵੀ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਉਹਨੂੰ ਫਿੱਕਾ ਲੱਗਾ। ਔਰ ਇਸ ਚੀਜ਼ ਨਾਲ ਉਹਨੇ ਕੀ ਕੀਤਾ, ਆਪਣਾ ਜੋ ਪ੍ਰੇਮ ਸੀ, ਆਪਣਾ ਜੋ ਆਦਰ ਸੀ, ਉਹਨੇ ਪ੍ਰਭੂ ਯਿਸੂ ਮਸੀਹ ਨੂੰ ਪ੍ਰਗਟ ਕੀਤਾ। ਹਾਲੇਲੂਇਆ। ਇਸੇ ਤਰੀਕੇ ਨਾਲ ਅਗਰ ਅਸੀਂ ਦੇਖੀਏ, ਜਦੋਂ ਪੌਲੁਸ ਰਸੂਲ ਦੇ ਅਸੀਂ ਜੀਵਨ ਵੱਲ ਦੇਖਦੇ ਹਾਂ ਕਿ ਪੌਲੁਸ ਰਸੂਲ ਇੱਕ ਐਸਾ ਵਿਅਕਤੀ ਸੀ, ਯਹੂਦੀ ਕੌਮ ਦੇ ਵਿੱਚ ਕਿਹਾ ਜਾਵੇ ਤਾਂ ਉਹ ਇੱਕ ਬੜਾ ਵੱਡੀ ਪਦਵੀ ਰੱਖਣ ਵਾਲਾ ਇੱਕ ਇਨਸਾਨ ਸੀ ਪੌਲੁਸ ਰਸੂਲ। ਔਰ ਉਹ ਜਿਹੜਾ ਪੌਲੁਸ ਸੀ ਉਹ ਕੀ ਕਰਦਾ ਹੁੰਦਾ ਸੀ, ਉਹਦਾ ਕੰਮ ਇਹੀ ਸੀ ਕਿ ਉਹ ਮਸੀਹ ਦੀ ਕਲੀਸਿਆ ਨੂੰ ਸਤਾਉਂਦਾ ਸੀ, ਉਹਨਾਂ ਨੂੰ ਮਾਰਦਾ ਕੁੱਟਦਾ ਸੀ, ਉਹਦਾ ਇਹ ਕੰਮ ਸੀ। ਲੇਕਿਨ ਜਦੋਂ ਤੋਂ ਉਹਨੇ ਪ੍ਰਭੂ ਯਿਸੂ ਮਸੀਹ ਦਾ ਇੱਕ ਵਾਰੀ ਦਰਸ਼ਨ ਕਰ ਲਿਆ, ਉਸ ਅਨਮੋਲ ਰਤਨ ਦਾ, ਉਸ ਅਨਮੋਲ ਮੋਤੀ ਦਾ, ਉਸ ਵੈਲਿਊਏਬਲ ਚੀਜ਼ ਦਾ ਜਦੋਂ ਉਹਨੇ ਦਰਸ਼ਨ ਕਰ ਲਿਆ, ਉਹਨੂੰ ਆਪਣੀਆਂ ਜੋ ਵੀ ਉਹਦੇ ਚਾਹੇ ਉਹਦੀ ਪੋਜੀਸ਼ਨ ਹੋਵੇ, ਚਾਹੇ ਉਹਦਾ ਧਨ ਮਾਲ ਹੋਵੇ, ਚਾਹੇ ਯਹੂਦੀ ਕੌਮ ਦੇ ਵਿੱਚ ਉਹਦੀ ਉੱਚੀ ਪਦਵੀ ਹੋਵੇ, ਸਾਰੀਆਂ ਉਹਨੂੰ ਉਸ ਮਹਿੰਗੇ ਮੁੱਲ ਦੀ ਤੁਲਨਾ ਦੇ ਵਿੱਚ ਉਹਨੂੰ ਇਹ ਚੀਜ਼ਾਂ ਬਿਲਕੁਲ ਫਿੱਕੀਆਂ ਲੱਗੀਆਂ। ਔਰ ਉਹਨੇ ਕੀ ਕੀਤਾ, ਉਹ ਜਿਹੜਾ ਅਨਮੋਲ ਵੈਲਿਊਏਬਲ ਚੀਜ਼ ਆ ਪ੍ਰਭੂ ਯਿਸੂ ਮਸੀਹ, ਉਹਦੇ ਪਿੱਛੇ ਉਹ ਤੁਰ ਪਿਆ। ਇਸੇ ਤਰੀਕੇ ਨਾਲ ਉਹ ਤਿਮੋਥੀਉਸ ਨੂੰ ਵੀ ਇਸੇ ਚੀਜ਼ ਲਈ ਉਹਨੂੰ ਹਮੇਸ਼ਾ ਉਤਸ਼ਾਹਿਤ ਕਰਦਾ ਰਿਹਾ ਕਿ ਮੈਂ ਵਿਸ਼ਵਾਸ ਦੀ ਦੌੜ ਨੂੰ ਦੌੜ ਚੁੱਕਿਆ ਹਾਂ। ਔਰ ਤਿਮੋਥੀਉਸ ਨੂੰ ਉਸਨੇ ਹਮੇਸ਼ਾ ਉਤਸ਼ਾਹਿਤ ਕੀਤਾ ਕਿ ਉਹ ਵੀ ਉਸੇ ਦੌੜ ਦੇ ਵਿੱਚ ਲੱਗਿਆ ਰਵੇ ਔਰ ਆਪਣੀ ਦੌੜ ਨੂੰ ਪੂਰਾ ਕਰ ਸਕੇ। ਔਰ ਪੌਲੁਸ ਰਸੂਲ 2 ਕੁਰਿੰਥੀਆਂ ਦਾ 4 ਅਧਿਆਇ ਦਾ ਆਖਰੀ ਵਚਨ ਦੇ ਵਿੱਚ ਇਹ ਗੱਲ ਨੂੰ ਵੀ ਕਹਿੰਦਾ ਹੈ ਕਿ ਅਸੀਂ ਉਹਨਾਂ ਚੀਜ਼ਾਂ ਉੱਤੇ ਧਿਆਨ ਨਹੀਂ ਲਾਉਂਦੇ ਜਿਹੜੀਆਂ ਚੀਜ਼ਾਂ ਸਾਨੂੰ ਦਿਖਦੀਆਂ ਹਨ, ਲੇਕਿਨ ਉਹਨਾਂ ਚੀਜ਼ਾਂ ਉੱਤੇ ਅਸੀਂ ਧਿਆਨ ਲਾਉਂਦੇ ਹਨ ਜਿਹੜੀਆਂ ਚੀਜ਼ਾਂ ਨਹੀਂ ਦਿਖਦੀਆਂ। ਕਿਉਂਕਿ ਜਿਹੜੀਆਂ ਚੀਜ਼ਾਂ ਇਸ ਧਰਤੀ ਉੱਤੇ ਸੰਸਾਰ ਸਾਨੂੰ ਐਸ਼ੋ ਆਰਾਮ ਦਿਖਦਾ ਹੈ, ਉਹ ਕੀ ਆ, ਉਹ ਇੱਕ ਨਾਸ਼ਵਾਨ ਚੀਜ਼ਾਂ ਨੇ। ਇੱਕ ਦਿਨ ਉਹ ਸਾਰੀਆਂ ਚੀਜ਼ਾਂ ਨੇ ਮਿੱਟੀ ਵਿੱਚ ਮਿਲ ਜਾਣਾ ਹੈ। ਲੇਕਿਨ ਅਸੀਂ ਮਸੀਹ ਦੇ ਵਿੱਚ ਹੋਣ ਕਰਕੇ ਉਹਨਾਂ ਚੀਜ਼ਾਂ ਉੱਤੇ ਧਿਆਨ ਲਾਈਏ ਹਮੇਸ਼ਾ ਜਿਹੜੀਆਂ ਅਨੰਤ ਚੀਜ਼ਾਂ ਨੇ, ਜੋ ਸਵਰਗ ਦਾ ਰਾਜ ਹੈ ਜਿਹਦਾ ਕਦੀ ਵੀ ਅੰਤ ਨਹੀਂ ਹੋਏਗਾ। ਉਸ ਅਨੰਤ ਰਾਜ ਦੇ ਲਈ ਅਸੀਂ ਹਮੇਸ਼ਾ ਆਪਣੇ ਆਪ ਨੂੰ ਤਿਆਰ ਕਰ ਸਕੀਏ। ਔਰ ਅਗਰ ਅਸੀਂ ਦੇਖੀਏ ਕਿ ਇਬਰਾਨੀਆਂ ਦੀ ਪੱਤਰੀ ਦੇ ਵਿੱਚ ਵੀ ਅਸੀਂ ਦੇਖੀਏ, ਇਬਰਾਨੀ ਦੀ ਪੱਤਰੀਆਂ ਦੇ 12 ਅਧਿਆਇ ਦੇ ਵਿੱਚ ਲਿਖਿਆ ਹੈ ਕਿ ਗਵਾਹਾਂ ਦੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਸੀ। ਇਹ ਗਵਾਹ ਕਿਹੜੇ ਨੇ?
ਚਾਹੇ ਉਹ ਅਬਰਾਹਮ ਹੋਵੇ, ਚਾਹੇ ਉਹ ਨੂਹ ਹੋਵੇ, ਮੂਸਾ ਹੋਵੇ, ਦਾਊਦ ਹੋਵੇ, ਇਹ ਜੋ ਸਾਰੇ ਗਵਾਹ ਨੇ ਸਾਨੂੰ ਉਤਸ਼ਾਹਿਤ ਕਰ ਰਹੇ ਨੇ ਵਿਸ਼ਵਾਸ ਦੇ ਵਿੱਚ ਚੱਲਣ ਦੇ ਲਈ, ਜੋ ਸਾਨੂੰ ਉਤਸ਼ਾਹਿਤ ਕਰ ਰਹੇ ਨੇ। ਇਹਨਾਂ ਨੇ ਵੀ ਕੀ ਕੀਤਾ, ਜਦੋਂ ਉਹਨਾਂ ਨੂੰ ਇਸ ਮਹਿੰਗੇ ਮੁੱਲ ਬਾਰੇ ਪਤਾ ਲੱਗਿਆ ਤੇ ਉਹਨਾਂ ਨੇ ਕੀ ਕੀਤਾ, ਆਪਣਾ ਸਭ ਕੁਝ ਤਿਆਗ ਕੇ ਉਸ ਜਿਹੜੀ ਸੱਚੀ ਸਰਕਾਰ ਹੈ, ਜੋ ਸਵਰਗ ਦਾ ਰਾਜ ਹੈ, ਉਹਦੇ ਵੱਲ ਉਹ ਤੁਰ ਪਏ। ਔਰ ਅਗਰ ਅਸੀਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਵੀ ਦੇਖਦੇ ਹਾਂ, ਜਿਹੜਾ ਯੋਹੰਨਾ ਪ੍ਰਕਾਸ਼ ਦੀ ਪੋਥੀ ਲਿਖਣ ਵਾਲਾ, ਉਹ ਵੀ ਜਦੋਂ ਪਤਮੋਸ ਦੇ ਟਾਪੂ ਉੱਤੇ ਸੀਗਾ, ਬੰਦੀ ਬਣਾਇਆ ਹੋਇਆ ਸੀਗਾ, ਉਹਨੂੰ ਉਸ ਸਿਚੁਏਸ਼ਨ ਦੇ ਵਿੱਚ ਵੀ, ਉਸ ਪਰਿਸਥਿਤੀ ਦੇ ਵਿੱਚ ਵੀ ਉਹ ਪ੍ਰਭੂ ਯੀਸ਼ੂ ਮਸੀਹ ਦੇ ਦਰਸ਼ਨ ਦੇ ਵਿੱਚ ਹਮੇਸ਼ਾ ਲੱਗਾ ਰਿਹਾ। ਫਿਰ ਵੀ ਉਹ ਜਿਹੜੀ ਅਨਮੋਲ ਚੀਜ਼ ਹੈ, ਉਹਦਾ ਧਿਆਨ ਹਮੇਸ਼ਾ ਉਸ ਅਨਮੋਲ ਚੀਜ਼ ਦੇ ਵੱਲ ਲੱਗਾ ਰਿਹਾ। ਔਰ ਆਈਏ ਅਸੀਂ ਵੀ ਇਹਨਾਂ ਗਵਾਹਾਂ ਦੀ ਉਦਾਹਰਣ ਆਪਣੇ ਜੀਵਨ ਦੇ ਵਿੱਚ ਲਈਏ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਉਸ ਮਹਿੰਗੀ ਚੀਜ਼ ਨੂੰ, ਉਸ ਭਾਰੀ ਮੁੱਲ ਦੀ ਚੀਜ਼ ਨੂੰ ਜਾਣਿਆ ਔਰ ਉਹਦੇ ਪਿੱਛੇ ਹੋ ਤੁਰੇ, ਅਸੀਂ ਵੀ ਇਸੇ ਤਰੀਕੇ ਨਾਲ ਵਿਸ਼ਵਾਸ ਦੇ ਕਰਤਾ ਔਰ ਸਾਡੇ ਸੰਪੂਰਨ ਕਰਨ ਵਾਲੇ ਪ੍ਰਭੂ ਯੀਸ਼ੂ ਮਸੀਹ ਦੀ ਵੱਲ ਹਮੇਸ਼ਾ ਆਪਣੀ ਨਜ਼ਰਾਂ ਨੂੰ ਟਿਕਾਈ ਰੱਖੀਏ ਔਰ ਸਵਰਗ ਦੇ ਰਾਜ ਦੇ ਲਈ ਆਪਣੇ ਆਪ ਨੂੰ ਅਸੀਂ ਤਿਆਰ ਕਰ ਸਕੀਏ। ਮੇਰੇ ਅਜੀਜ਼ੋ, ਅੱਜ ਅਸੀਂ ਸਿੱਖਿਆ ਹੈ ਕਿ ਇਹ ਜਿਹੜੇ ਮਨੁੱਖ ਸੀ, ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਸਵਰਗ ਦੇ ਰਾਜ ਦੀ ਕੀਮਤ ਬਹੁਤ ਹੀ ਜ਼ਿਆਦਾ ਹੈ, ਔਰ ਉਹਨਾਂ ਨੇ ਕੀ ਕੀਤਾ, ਹਰੇਕ ਚੀਜ਼ ਜਿਹੜੀ ਸਵਰਗ ਦੇ ਰਾਜ ਤੋਂ ਉਹਨਾਂ ਨੂੰ ਪਿੱਛੇ ਖਿੱਚਦੀ ਸੀ, ਔਰ ਜੋ ਵੀ ਉਹਨਾਂ ਨੂੰ ਲੱਗਿਆ ਕਿ ਜਿਹਦੇ ਲਈ ਅਸੀਂ ਮਿਹਨਤ ਕਰ ਰਹੇ ਹਾਂ, ਜੋ ਪਰਮੇਸ਼ਰ ਦੇ ਰਾਜ ਲਈ ਅਸੀਂ ਮਿਹਨਤ ਕਰ ਰਹੇ ਹਨ, ਇਹ ਜੋ ਦੁਨਿਆਵੀ ਚੀਜ਼ਾਂ ਹਨ, ਇਹ ਕੁਝ ਵੀ ਨਹੀਂ ਹਨ। ਹੋ ਸਕਦਾ ਕਿ ਅੱਜ ਵੀ ਸਾਨੂੰ ਲੱਗਣ ਕਿ ਸਾਡੀ ਜਿਹੜੀ ਧਨ ਦੌਲਤ ਹੈ, ਸਾਡੀ ਪਦਵੀ ਹੈ, ਇਹ ਇੱਕ ਐਂਡ ਪੁਆਇੰਟ ਨੇ, ਇਹ ਸਾਡੇ ਲਈ ਇੱਕ ਸੰਤੁਸ਼ਟੀ ਦੇਣ ਵਾਲੀ ਚੀਜ਼ਾਂ ਨੇ। ਲੇਕਿਨ ਮੇਰੇ ਅਜੀਜ਼ੋ, ਅਗਰ ਇਸ ਪ੍ਰਕਾਰ ਦੀ ਚੀਜ਼ ਹੈ ਤਾਂ ਅਸੀਂ ਸਵਰਗ ਦੇ ਰਾਜ ਦੀ ਜਿਹੜੀ ਕੀਮਤ ਹੈ, ਉਹਨੂੰ ਹਲੇ ਤੱਕ ਸਮਝਿਆ ਹੀ ਨਹੀਂ ਹੈ। ਆਈਏ ਅਸੀਂ ਸਵਰਗ ਦੇ ਰਾਜ ਦੀ ਜੋ ਕੀਮਤ ਹੈ, ਉਹਨੂੰ ਸੱਚਮੁੱਚ ਸਮਝੀਏ ਕਿ ਉਹਦੀ ਜੋ ਕੀਮਤ ਹੈ, ਇਹਨਾਂ ਦੁਨਿਆਵੀ ਵਸਤਾਂ ਨਾਲੋਂ ਕਿਤੇ ਹੀ ਵੱਧ ਕੇ ਹੈ, ਔਰ ਅਸੀਂ ਸਵਰਗ ਦੇ ਰਾਜ ਦੇ ਲਈ ਆਪਣੇ ਜੀਵਨਾਂ ਨੂੰ ਅਸੀਂ ਅੱਜ ਤਿਆਰ ਕਰ ਸਕੀਏ। ਔਰ ਪ੍ਰਭੂ ਯੀਸ਼ੂ ਮਸੀਹ ਸਾਨੂੰ ਹਮੇਸ਼ਾ ਇਹ ਅਨੁਗ੍ਰਹਿ ਦੇਵੇ ਕਿ ਜਿਸ ਤਰੀਕੇ ਨਾਲ ਜਿਹੜੇ ਗਵਾਹ ਸੀ, ਉਹ ਇਸ ਵਰਕ ਦੇ ਵਿੱਚ ਹਮੇਸ਼ਾ ਲੱਗੇ ਰਹੇ, ਆਪਣੀ ਦੌੜ ਨੂੰ ਦੌੜਦੇ ਰਹੇ, ਔਰ ਅਸੀਂ ਵੀ ਜਦੋਂ ਅਸੀਂ ਵਿਸ਼ਵਾਸ ਦੀ ਦੌੜ ਦੇ ਵਿੱਚ ਹਾਂ, ਅਸੀਂ ਆਪਣੇ ਮੁਕਾਮ ਤੱਕ ਜ਼ਰੂਰ ਪਹੁੰਚੀਏ। ਅਸੀਂ ਅੱਧ ਵਿੱਚ ਹੀ ਨਾ ਰਹਿ ਜਾਈਏ, ਲੇਕਿਨ ਅਸੀਂ ਉਹ ਵਿਸ਼ਵਾਸ ਦਾ ਕਰਤਾ ਔਰ ਸਾਡਾ ਸੰਪੂਰਨ ਕਰਨ ਵਾਲਾ ਜੋ ਪ੍ਰਭੂ ਯੀਸ਼ੂ ਮਸੀਹ ਹੈ, ਉਹਦੇ ਵੱਲ ਹਮੇਸ਼ਾ ਤੱਕਦੇ ਹੋਏ ਦੌੜਦੇ ਰਹੀਏ, ਔਰ ਆਪਣੇ ਜੋ ਐਂਡ ਪੁਆਇੰਟ ਹੈ, ਨਿਸ਼ਾਨਾ, ਉਹਦੇ ਤੱਕ ਅਸੀਂ ਜ਼ਰੂਰ ਪਹੁੰਚ ਸਕੀਏ। ਆਈਏ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਝੁਕਾਵਾਂਗੇ ਔਰ ਪ੍ਰਾਰਥਨਾ ਕਰਾਂਗੇ। ਖੁਦਾ ਰਾਜਾ ਪ੍ਰਭੂ ਯੀਸ਼ੂ ਮਸੀਹ, ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ। ਪ੍ਰਭੂ ਯੀਸ਼ੂ ਮਸੀਹ, ਜਿੰਨੇ ਵੀ ਲੋਕ ਪ੍ਰਭੂ ਜੀ ਆਨਲਾਈਨ ਮਾਧਿਅਮ ਦੇ ਰਾਹੀਂ ਤੁਹਾਡੇ ਵਚਨ ਨੂੰ ਸੁਣਿਆ ਹੈ, ਮੇਰੇ ਪਰਮਪਿਤਾ ਪਰਮੇਸ਼ਰ, ਉਹਨਾਂ ਸਾਰਿਆਂ ਤੇ ਪ੍ਰਭੂ ਤੁਹਾਡੀ ਬਰਕਤ ਚਾਹੁੰਦੇ, ਤੁਹਾਡੀ ਕਿਰਪਾ ਚਾਹੁੰਦੇ ਮੇਰੇ ਪਰਮਪਿਤਾ ਪਰਮੇਸ਼ਰ। ਸੱਚਮੁੱਚ ਪ੍ਰਭੂ ਤੇਰਾ ਸਵਰਗ ਦੇ ਰਾਜ ਦੀ ਜੋ ਕੀਮਤ ਹੈ, ਉਹ ਬਹੁਤ ਹੀ ਜ਼ਿਆਦਾ ਹੈ ਮੇਰੇ ਪਰਮਪਿਤਾ ਪਰਮੇਸ਼ਰ। ਅਸੀਂ ਸੱਚਮੁੱਚ ਉਸ ਵੈਲਿਊ ਨੂੰ ਸਮਝ ਸਕੀਏ ਪ੍ਰਭੂ ਯੀਸ਼ੂ ਮਸੀਹ ਕਿ ਉਹ ਦੁਨਿਆਵੀ ਵਸਤਾਂ ਨਾਲੋਂ ਕਿਤੇ ਹੀ ਵਧੇਰੇ ਹੈ। ਔਰ ਪ੍ਰਭੂ ਯੀਸ਼ੂ ਮਸੀਹ, ਅਸੀਂ ਇੱਕ ਚੀਜ਼ਾਂ ਦੇ ਪਿੱਛੇ ਨਾ ਭੱਜੀਏ, ਲੇਕਿਨ ਪ੍ਰਭੂ ਯੀਸ਼ੂ ਮਸੀਹ, ਉਹ ਜਿਹੜੀਆਂ ਚੀਜ਼ਾਂ ਅਨੰਤ ਨੇ ਪ੍ਰਭੂ ਜੀ, ਜਿਨ੍ਹਾਂ ਦਾ ਕਦੀ ਅੰਤ ਨਹੀਂ ਹੈਗਾ, ਹਮੇਸ਼ਾ ਉਹ ਖਜ਼ਾਨਾ ਜਿਹੜਾ ਸਾਡੇ ਕੋਲ ਰਹਿਣ ਵਾਲਾ ਹੈ, ਉਹ ਖਜ਼ਾਨੇ ਦੇ ਵੱਲ ਅਸੀਂ ਹਮੇਸ਼ਾ ਤੱਕਦੇ ਰਹੀਏ ਪ੍ਰਭੂ ਯੀਸ਼ੂ ਮਸੀਹ। ਔਰ ਪ੍ਰਭੂ ਜੀ ਆਪਣੀ ਦੌੜ ਨੂੰ ਅਸੀਂ ਪੂਰਾ ਕਰ ਸਕੀਏ ਮੇਰੇ ਪਰਮਪਿਤਾ ਪਰਮੇਸ਼ਰ। ਇਸ ਦੌੜ ਦੇ ਵਿੱਚ ਪ੍ਰਭੂ ਤੁਸੀਂ ਸਾਡੀ ਹਮੇਸ਼ਾ ਸਹਾਇਤਾ ਕਰੋ, ਸਾਡੇ ਨਾਲ ਹੋ। ਮੰਗਦੇ ਹਾਂ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ, ਆਮੀਨ। ਸਾਰਿਆਂ ਨੂੰ ਜੈ ਮਸੀਹ। ਆਮੀਨ।